ਪਿਆਰੇ ਬੱਚਿਓ, ਅਸੀਂ ਤੀਸਰੀ ਜਮਾਤ ਦੀ ਵਾਤਾਵਰਣ ਸਿੱਖਿਆ ਦੀ ਪਾਠ ਪੁਸਤਕ ਮੇਰੀ ਦੁਨੀਆ ਵਿੱਚੋਂ ਪਾਠ ਨੰਬਰ 5 ਨੂੰ ਪੜ੍ਹ ਰਹੇ ਹਾਂ, ਜਿਸ ਦਾ ਨਾਮ ਹੈ ਪੌਦੇ ਸਾਡੇ ਮਿੱਤਰ। ਪਿਛਲੀ ਵੀਡੀਓ ਵਿੱਚ ਅਸੀਂ ਇਸ ਪਾਠ ਨੂੰ ਪੰਨਾ ਨੰਬਰ 29 ਤੱਕ ਪੜ੍ਹ ਚੁੱਕੇ ਹਾਂ। ਅੱਜ ਅਸੀਂ ਇਸ ਤੋਂ ਅਗਲੇ ਪੰਨਿਆਂ ਨੂੰ ਪੜ੍ਹਾਂਗੇ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਕੰਮ ਅਤੇ ਚੱਲਦੇ ਹਾਂ ਇਸ ਤੋਂ ਅਗਲੇ ਪੰਨੇ ਤੇ। ਅਗਲੇ ਦਿਨ ਗੁਰਲੀਨ ਇੱਕ ਪੌਦੇ ਦੇ ਪੱਤੇ ਲੈ ਕੇ ਆਈ। ਇਹ ਪੱਤੇ ਗਾਜਰ ਘਾਹ ਦੇ ਸਨ। ਉਹ ਬਹੁਤ ਸਾਰੀਆਂ ਗੱਲਾਂ ਦੱਸਣ ਨੂੰ ਕਾਹਲੀ ਸੀ। ਅਧਿਆਪਕ ਦੇ ਜਮਾਤ ਵਿੱਚ ਆਉਂਦਿਆਂ ਹੀ ਗੁਰਲੀਨ ਛੇਤੀ ਬੋਲਣ ਲੱਗੀ ਕਿ ਕੱਲ ਉਸ ਨੂੰ ਉਸਦੇ ਦਾਦਾ ਜੀ ਨੇ ਬਹੁਤ ਸਾਰੇ ਪੌਦੇ ਦਿਖਾਏ। ਦਾਦਾ ਜੀ ਨੇ ਦੱਸਿਆ ਕਿ ਜਦੋਂ ਉਹ ਛੋਟੇ ਹੁੰਦੇ ਸਨ ਤਾਂ ਇਹ ਗਾਜਰ ਘਾਹ ਪੌਦੇ ਨਹੀਂ ਮਿਲਦੇ ਸਨ। ਤਾਂ ਇਸ ਤਰ੍ਹਾਂ ਬੱਚਿਓ, ਅਗਲੇ ਦਿਨ ਗੁਰਲੀਨ ਇੱਕ ਪੌਦੇ ਦੇ ਪੱਤੇ ਲੈ ਕੇ ਆਈ ਜਿਹੜੇ ਕਿ ਗਾਜਰ ਘਾਹ ਦੇ ਸਨ ਅਤੇ ਉਸਨੇ ਆਪਣੇ ਅਧਿਆਪਕ ਜੀ ਨੂੰ ਜਮਾਤ ਵਿੱਚ ਦੱਸਿਆ ਕਿ ਕੱਲ ਉਸਨੂੰ ਉਸਦੇ ਦਾਦਾ ਜੀ ਨੇ ਬਹੁਤ ਸਾਰੇ ਪੌਦੇ ਦਿਖਾਏ ਸਨ ਅਤੇ ਦਾਦਾ ਜੀ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਛੋਟੇ ਹੁੰਦੇ ਸਨ ਤਾਂ ਇਹ ਗਾਜਰ ਘਾਹ ਦੇ ਪੌਦੇ ਨਹੀਂ ਮਿਲਦੇ ਸਨ। ਜਿਵੇਂ ਕਿ ਗੁਰਲੀਨ ਦੇ ਦਾਦਾ ਜੀ ਨੇ ਦੱਸਿਆ ਹੈ ਕਿ ਜਦੋਂ ਉਹ ਛੋਟੇ ਹੁੰਦੇ ਸਨ ਤਾਂ ਇਹ ਗਾਜਰ ਘਾਹ ਇੱਥੇ ਨਹੀਂ ਹੁੰਦਾ ਸੀ। ਇਸ ਗਾਜਰ ਘਾਹ ਬਾਰੇ ਦੱਸਿਆ ਜਾਂਦਾ ਹੈ ਕਿ ਪਹਿਲਾਂ ਇਹ ਆਪਣੇ ਦੇਸ਼ ਵਿੱਚ ਨਹੀਂ ਹੁੰਦਾ ਸੀ ਅਤੇ 1950 ਦੇ ਆਸ-ਪਾਸ, ਯਾਨੀ ਕਿ ਅੱਜ ਤੋਂ 70 ਕੁ ਸਾਲ ਪਹਿਲਾਂ ਅਮਰੀਕਾ ਤੋਂ ਮੰਗਵਾਈ ਗਈ ਕਣਕ ਦੇ ਨਾਲ ਇਹ ਭਾਰਤ ਵਿੱਚ ਵੀ ਆ ਗਿਆ ਅਤੇ ਹੌਲੀ-ਹੌਲੀ ਸਾਰੇ ਦੇਸ਼ ਦੇ ਵਿੱਚ ਫੈਲ ਗਿਆ। ਆਓ ਅੱਗੇ ਪੜ੍ਹਦੇ ਹਾਂ ਕਿ ਇਸ ਘਾਹ ਦੇ ਬਾਰੇ ਵਿੱਚ ਕੀ ਕੁਝ ਲਿਖਿਆ ਹੋਇਆ ਹੈ। ਉਸ ਦੇ ਗੁਆਂਢੀ ਬਜ਼ੁਰਗ ਸੰਤਾ ਸਿੰਘ ਨੇ ਉਸ ਨੂੰ ਦੱਸਿਆ ਕਿ ਗਾਜਰ ਘਾਹ ਆਪਣੇ ਆਪ ਹੀ ਬਹੁਤ ਜ਼ਿਆਦਾ ਮਾਤਰਾ ਵਿੱਚ ਉੱਗ ਜਾਂਦੀ ਹੈ। ਇਹ ਸਾਡੀਆਂ ਫਸਲਾਂ ਦੀ ਖੁਰਾਕ ਖਾ ਜਾਂਦੀ ਹੈ। ਇਸ ਨੂੰ ਖਤਮ ਕਰਨ ਲਈ ਦਵਾਈਆਂ ਛਿੜਕਣੀਆਂ ਪੈਂਦੀਆਂ ਹਨ ਜੋ ਸਾਡੀ ਧਰਤੀ, ਹਵਾ ਅਤੇ ਪਾਣੀ ਨੂੰ ਜ਼ਹਿਰੀਲਾ ਬਣਾ ਰਹੀਆਂ ਹਨ। ਇੱਥੇ ਬੱਚਿਓ, ਗੁਰਲੀਨ ਦੇ ਗੁਆਂਢੀ ਬਜ਼ੁਰਗ ਸੰਤਾ ਸਿੰਘ ਨੇ ਵੀ ਦੱਸਿਆ ਕਿ ਗਾਜਰ ਘਾਹ ਆਪਣੇ ਆਪ ਹੀ ਬਹੁਤ ਜ਼ਿਆਦਾ ਮਾਤਰਾ ਵਿੱਚ ਉੱਗ ਪੈਂਦੀ ਹੈ ਅਤੇ ਇਹ ਸਾਡੀਆਂ ਫਸਲਾਂ ਦੀ ਖੁਰਾਕ ਵੀ ਖਾ ਜਾਂਦੀ ਹੈ। ਇਸ ਨੂੰ ਖਤਮ ਕਰਨ ਲਈ ਜਿਹੜੀਆਂ ਦਵਾਈਆਂ ਛਿੜਕਣੀਆਂ ਪੈਂਦੀਆਂ ਹਨ, ਉਸ ਦੇ ਨਾਲ ਸਾਡੀ ਧਰਤੀ, ਹਵਾ ਅਤੇ ਪਾਣੀ ਜ਼ਹਿਰੀਲਾ ਹੋ ਰਿਹਾ ਹੈ। ਇਸ ਤੋਂ ਇਲਾਵਾ ਬੱਚਿਓ, ਇਸ ਗਾਜਰ ਘਾਹ ਦੇ ਪੱਤਿਆਂ ਦੇ ਬਰੀਕ ਮਸਾਮਾਂ ਦੇ ਵਿੱਚ ਕਈ ਤਰ੍ਹਾਂ ਦੇ ਜ਼ਹਿਰੀਲੇ ਤੱਤ ਹੁੰਦੇ ਹਨ ਜਿਨ੍ਹਾਂ ਦੇ ਨਾਲ ਕਈ ਤਰ੍ਹਾਂ ਦੀ ਐਲਰਜੀ, ਸਾਹ ਦੇ ਰੋਗ ਅਤੇ ਚਮੜੀ ਦੇ ਰੋਗ ਫੈਲਦੇ ਹਨ। ਆਓ ਹੁਣ ਇਸ ਤੋਂ ਅੱਗੇ ਪੜ੍ਹਦੇ ਹਾਂ। ਅੱਗੇ ਹੈ ਬੱਚਿਓ ਯਾਦ ਰੱਖਣਯੋਗ ਗੱਲਾਂ। ਹੇਠਾਂ ਕੁਝ ਗੱਲਾਂ ਲਿਖੀਆਂ ਹਨ ਜਿਹੜੀਆਂ ਕਿ ਸਾਡੇ ਯਾਦ ਰੱਖਣਯੋਗ ਹਨ। ਆਓ ਇਹਨਾਂ ਨੂੰ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਹੈ ਪੌਦੇ ਦੇ ਮੁੱਢਲੇ ਭਾਗ, ਜੜ, ਤਣਾ, ਪੱਤੇ, ਫੁੱਲ ਅਤੇ ਫਲ ਹੁੰਦੇ ਹਨ। ਤਾਂ ਇਹ ਗੱਲ ਯਾਦ ਰੱਖਣਯੋਗ ਹੈ ਬੱਚਿਓ ਕਿ ਪੌਦੇ ਦੇ ਮੁੱਢਲੇ 5 ਭਾਗ ਹੁੰਦੇ ਹਨ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਹੈ ਜੜ, ਜਿਹੜੀ ਕਿ ਜ਼ਮੀਨ ਦੇ ਅੰਦਰ ਹੁੰਦੀ ਹੈ। ਇਸ ਤੋਂ ਬਾਅਦ ਇਹ ਜੜ੍ਹਾਂ ਦੇ ਵਿੱਚੋਂ ਵਿਕਸਿਤ ਹੋ ਕੇ ਤਣਾ ਨਿਕਲਦਾ ਹੈ ਜਿਹੜਾ ਕਿ ਜ਼ਮੀਨ ਦੇ ਬਾਹਰ ਹੁੰਦਾ ਹੈ। ਇਸ ਤੋਂ ਬਾਅਦ ਅਗਲਾ ਭਾਗ ਹੈ ਪੱਤੇ, ਜਿਹੜੇ ਕਿ ਤਣੇ ਦੇ ਉੱਪਰ ਲੱਗਦੇ ਹਨ ਅਤੇ ਪੱਤਿਆਂ ਤੋਂ ਬਾਅਦ ਨਾਲ ਹੀ ਪੌਦੇ ਦੇ ਉੱਪਰ ਫੁੱਲ ਖਿੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਇਹਨਾਂ ਫੁੱਲਾਂ ਦੇ ਬਾਅਦ ਵਿੱਚ ਪੌਦੇ ਨੂੰ ਫਲ ਵੀ ਲੱਗਣੇ ਸ਼ੁਰੂ ਹੁੰਦੇ ਹਨ। ਇਸ ਤਰ੍ਹਾਂ ਪੌਦੇ ਦੇ 5 ਮੁੱਢਲੇ ਭਾਗ ਹੁੰਦੇ ਹਨ। ਇਸ ਤੋਂ ਅੱਗੇ ਹੈ ਪੌਦਿਆਂ ਦੇ ਵੱਖ-ਵੱਖ ਭਾਗਾਂ ਦੀ ਵਰਤੋਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ। ਤਾਂ ਇਹ ਵੀ ਗੱਲ ਬੱਚਿਓ ਯਾਦ ਰੱਖਣਯੋਗ ਹੈ ਕਿ ਪੌਦਿਆਂ ਦੇ ਵੱਖ-ਵੱਖ ਭਾਗਾਂ ਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਬਣਦੀਆਂ ਹਨ। ਇਹਨਾਂ ਵਿੱਚੋਂ ਕਈ ਦਵਾਈਆਂ ਪੌਦਿਆਂ ਦੀ ਜੜ ਤੋਂ ਬਣਦੀਆਂ ਹਨ ਅਤੇ ਕੁਝ ਦਵਾਈਆਂ ਪੌਦੇ ਦੇ ਤਣੇ ਤੋਂ
ਅਤੇ ਇਸ ਦੇ ਛਿਲਕੇ ਤੋਂ ਬਣਦੀਆਂ ਹਨ ਅਤੇ ਕੁਝ ਦਵਾਈਆਂ ਵੱਖ-ਵੱਖ ਪੌਦਿਆਂ ਦੇ ਪੱਤਿਆਂ ਤੋਂ ਬਣਦੀਆਂ ਹਨ ਅਤੇ ਕੁਝ ਇਸ ਦੇ ਫੁੱਲਾਂ ਅਤੇ ਫਲ ਅਤੇ ਉਹਨਾਂ ਦੀਆਂ ਗਿਟਕਾਂ ਤੋਂ ਬਣਦੀਆਂ ਹਨ। ਇਸ ਤਰ੍ਹਾਂ ਪੌਦੇ ਦੇ ਵੱਖ-ਵੱਖ ਭਾਗਾਂ ਦੀ ਵਰਤੋਂ ਦਵਾਈਆਂ ਬਣਾਉਣ ਲਈ ਵੀ ਹੁੰਦੀ ਹੈ। ਇਸ ਤੋਂ ਅੱਗੇ ਹੈ ਪੌਦਿਆਂ ਤੋਂ ਸਾਨੂੰ ਲੱਕੜੀ, ਫਲ, ਛਾਂ ਆਦਿ ਮਿਲਦੇ ਹਨ। ਤਾਂ ਇਹ ਵੀ ਗੱਲ ਬੱਚਿਓ ਯਾਦ ਰੱਖਣ ਯੋਗ ਹੈ ਕਿ ਪੌਦਿਆਂ ਤੋਂ ਸਾਨੂੰ ਲੱਕੜ, ਫਲ ਅਤੇ ਛਾਂ ਮਿਲਦੀ ਹੈ। ਇਸ ਤੋਂ ਅੱਗੇ ਹੈ ਭੂਮੀ ਖੋਰ ਤੋਂ ਭਾਵ ਹੈ ਹਵਾ ਅਤੇ ਪਾਣੀ ਨਾਲ ਧਰਤੀ ਦੀ ਉੱਪਰਲੀ ਪਰਤ ਦਾ ਖੁਰਨਾ। ਤਾਂ ਬੱਚਿਓ ਇਹ ਵੀ ਗੱਲ ਯਾਦ ਰੱਖਣ ਯੋਗ ਹੈ ਕਿ ਭੂਮੀ ਖੋਰ ਦਾ ਮਤਲਬ ਹੁੰਦਾ ਹੈ ਹਨੇਰੀ ਵਰਗੀਆਂ ਤੇਜ਼ ਹਵਾਵਾਂ ਅਤੇ ਮੀਂਹ ਦੇ ਤੇਜ਼ ਪਾਣੀ ਦੇ ਨਾਲ ਧਰਤੀ ਦੀ ਉੱਪਰਲੀ ਪਰਤ ਦਾ ਖੁਰ ਜਾਣਾ। ਇਸ ਤੋਂ ਅਗਲੀ ਗੱਲ ਹੈ ਸਾਨੂੰ ਰੁੱਖ ਲਗਾ ਕੇ ਉਹਨਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ। ਤਾਂ ਬੱਚਿਓ ਇਹ ਵੀ ਗੱਲ ਸਾਡੇ ਯਾਦ ਰੱਖਣ ਯੋਗ ਹੈ ਕਿ ਸਾਨੂੰ ਰੁੱਖ ਲਗਾਉਣ ਤੋਂ ਬਾਅਦ ਉਹਨਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ, ਕਿਉਂਕਿ ਲਗਾਏ ਹੋਏ ਰੁੱਖ ਤਾਂ ਹੀ ਵੱਧ ਫੁੱਲ ਸਕਦੇ ਹਨ ਜੇਕਰ ਉਹਨਾਂ ਦੀ ਦੇਖਭਾਲ ਕੀਤੀ ਜਾਵੇ। ਕਿਸੇ ਵੀ ਬੂਟੇ ਨੂੰ ਲਾਉਣ ਤੋਂ ਬਾਅਦ ਉਸ ਨੂੰ ਠੀਕ ਸਮੇਂ ਤੇ ਪਾਣੀ ਦੇਣਾ, ਖਾਦ ਪਾਉਣਾ ਅਤੇ ਉਸ ਦੀ ਰਖਵਾਲੀ ਲਈ ਵਾੜ ਆਦਿ ਕਰਨੀ, ਇਹ ਸਭ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਆਓ ਹੁਣ ਇਸ ਤੋਂ ਅੱਗੇ ਚੱਲਦੇ ਹਾਂ। ਪ੍ਰਸ਼ਨ ਨੰਬਰ 5। ਇਸ ਤੋਂ ਪਹਿਲਾਂ ਵਾਲੇ ਪ੍ਰਸ਼ਨ ਅਸੀਂ ਨਾਲ ਦੀ ਨਾਲ ਹੀ ਪਾਠ ਦੇ ਵਿੱਚ ਕਰ ਲਏ ਸਨ। ਇੱਥੇ ਹੈ ਪ੍ਰਸ਼ਨ ਨੰਬਰ 5, ਪੌਦੇ ਦੇ ਕੋਈ 2 ਭਾਗ ਦੱਸੋ। ਤਾਂ ਇੱਥੇ ਬੱਚਿਓ ਅਸੀਂ ਪਾਠ ਵਿੱਚ ਦੱਸੇ ਗਏ ਪੌਦੇ ਦੇ 5 ਭਾਗ ਜੜ, ਤਣਾ, ਪੱਤੇ, ਫੁੱਲ ਅਤੇ ਫਲ ਦੇ ਵਿੱਚੋਂ ਇੱਥੇ ਕੋਈ ਵੀ 2 ਭਾਗ ਲਿਖਾਂਗੇ। ਤਾਂ ਇਸ ਦੇ ਉੱਤਰ ਦੇ ਵਿੱਚ ਅਸੀਂ ਲਿਖ ਸਕਦੇ ਹਾਂ ਜੜ ਅਤੇ ਤਣਾ ਪੌਦੇ ਦੇ 2 ਭਾਗ ਹਨ। ਆਓ ਹੁਣ ਇਸ ਤੋਂ ਅੱਗੇ ਚੱਲਦੇ ਹਾਂ। ਅੱਗੇ ਹੈ ਪ੍ਰਸ਼ਨ ਨੰਬਰ 6, ਪੌਦਿਆਂ ਤੋਂ ਮਿਲਣ ਵਾਲੀਆਂ 2 ਵਸਤੂਆਂ ਦੇ ਨਾਮ ਲਿਖੋ। ਤਾਂ ਬੱਚਿਓ ਪੌਦਿਆਂ ਤੋਂ ਸਾਨੂੰ ਕਈ ਸਾਰੀਆਂ ਚੀਜ਼ਾਂ ਮਿਲਦੀਆਂ ਹਨ, ਜਿਵੇਂ ਕਿ ਅਸੀਂ ਕਵਿਤਾ ਦੇ ਵਿੱਚ ਵੀ ਪੜ੍ਹਿਆ ਸੀ ਕਿ ਪੌਦੇ ਸਾਨੂੰ ਛਾਂ ਦਿੰਦੇ ਹਨ ਅਤੇ ਠੰਡੀ ਠੰਡੀ ਹਵਾ ਦਿੰਦੇ ਹਨ। ਇਸ ਤੋਂ ਇਲਾਵਾ ਸਾਨੂੰ ਇਹਨਾਂ ਤੋਂ ਲੱਕੜੀ, ਭੋਜਨ ਅਤੇ ਹੋਰ ਵੀ ਕਈ ਸਾਰੀਆਂ ਚੀਜ਼ਾਂ ਮਿਲਦੀਆਂ ਹਨ। ਇੱਥੇ ਅਸੀਂ ਪੌਦਿਆਂ ਤੋਂ ਮਿਲਣ ਵਾਲੀਆਂ 2 ਵਸਤੂਆਂ ਦੇ ਬਾਰੇ ਵਿੱਚ ਲਿਖਾਂਗੇ। ਫਲ ਅਤੇ ਲੱਕੜ ਪੌਦਿਆਂ ਤੋਂ ਮਿਲਣ ਵਾਲੀਆਂ ਵਸਤੂਆਂ ਹਨ। ਇਸ ਤੋਂ ਅਗਲੀ ਕਿਰਿਆ ਹੈ ਕਿਰਿਆ ਨੰਬਰ 7, ਖਾਲੀ ਥਾਵਾਂ ਭਰੋ। ਤਾਂ ਇੱਥੇ ਬੱਚਿਓ ਸਾਨੂੰ ਕੁਝ ਖਾਲੀ ਥਾਵਾਂ ਦਿੱਤੀਆਂ ਹਨ। ਇਹਨਾਂ ਦੇ ਵਿੱਚ ਅਸੀਂ ਉੱਪਰ ਦਿੱਤੇ ਹੋਏ ਸ਼ਬਦਾਂ ਦੇ ਵਿੱਚੋਂ ਸਹੀ ਸ਼ਬਦ ਨੂੰ ਸਹੀ ਜਗ੍ਹਾ ਦੇ ਉੱਪਰ ਭਰਾਂਗੇ। ਸਭ ਤੋਂ ਪਹਿਲਾਂ ਹੈ ਊੜਾ ਖਾਲੀ ਥਾਂ। ਪੌਦੇ ਗੰਦੀ ਹਵਾ ਨੂੰ ਡੈਸ਼ ਕਰਨ ਵਿੱਚ ਮਦਦ ਕਰਦੇ ਹਨ। ਤਾਂ ਇਹਨਾਂ ਦੇ ਵਿੱਚੋਂ ਬੱਚਿਓ ਸਹੀ ਉੱਤਰ ਹੈ ਸਾਫ਼। ਇਸ ਲਈ ਇੱਥੇ ਅਸੀਂ ਭਰਾਂਗੇ ਸਾਫ਼। ਪੌਦੇ ਗੰਦੀ ਹਵਾ ਨੂੰ ਸਾਫ਼ ਕਰਨ ਵਿੱਚ ਮਦਦ ਕਰਦੇ ਹਨ। ਇਸ ਤੋਂ ਅੱਗੇ ਹੈ ਐੜਾ ਖਾਲੀ ਥਾਂ। ਕਿੰਨੂ, ਸੰਤਰਾ ਅਤੇ ਨਿੰਬੂ ਡੈਸ਼ ਫਲ ਹਨ। ਤਾਂ ਇਹਨਾਂ ਦੇ ਵਿੱਚੋਂ ਬੱਚਿਓ ਸਹੀ ਸ਼ਬਦ ਹੈ ਖੱਟੇ। ਇਸ ਨੂੰ ਅਸੀਂ ਇੱਥੇ ਭਰਾਂਗੇ। ਕਿੰਨੂ, ਸੰਤਰਾ ਅਤੇ ਨਿੰਬੂ ਖੱਟੇ ਫਲ ਹਨ। ਇਸ ਤੋਂ ਅੱਗੇ ਹੈ ਈੜੀ ਖਾਲੀ ਥਾਂ। ਕੱਦੂ ਦੀ ਵੇਲ ਡੈਸ਼ ਉੱਪਰ ਫੈਲ ਜਾਂਦੀ ਹੈ। ਤਾਂ ਇੱਥੇ ਬੱਚਿਓ ਅਸੀਂ ਉੱਪਰ ਵਾਲੇ ਸ਼ਬਦਾਂ ਦੇ ਵਿੱਚੋਂ ਸ਼ਬਦ ਭਰਾਂਗੇ ਧਰਤੀ। ਕੱਦੂ ਦੀ ਵੇਲ ਧਰਤੀ ਉੱਪਰ ਫੈਲ ਜਾਂਦੀ ਹੈ। ਇਸ ਤੋਂ ਅੱਗੇ ਹੈ ਸੱਸਾ ਖਾਲੀ ਥਾਂ। ਬਰਮਾ ਡੇਕ ਦੇਖਣ ਵਿੱਚ ਡੈਸ਼ ਵਰਗੀ ਹੁੰਦੀ ਹੈ। ਤਾਂ ਇੱਥੇ ਬੱਚਿਓ ਅਸੀਂ ਉੱਪਰ ਵਾਲੇ ਸ਼ਬਦਾਂ ਵਿੱਚੋਂ ਭਰਾਂਗੇ ਛਤਰੀ। ਬਰਮਾ ਡੇਕ ਦੇਖਣ ਵਿੱਚ ਛਤਰੀ ਵਰਗੀ ਹੁੰਦੀ ਹੈ। ਇਸ ਤੋਂ ਅਗਲੀ ਖਾਲੀ ਥਾਂ ਹੈ ਹਾਹਾ। ਸੇਬ ਦੇ ਪੌਦੇ ਡੈਸ਼ ਇਲਾਕੇ ਵਿੱਚ ਉੱਗਦੇ ਹਨ। ਤਾਂ ਇੱਥੇ ਬੱਚਿਓ ਅਸੀਂ ਸ਼ਬਦ ਭਰਾਂਗੇ ਠੰਡੇ।
ਸੇਬ ਦੇ ਪੌਦੇ ਠੰਡੇ ਇਲਾਕੇ ਵਿੱਚ ਉੱਗਦੇ ਹਨ। ਆਓ ਹੁਣ ਇਸ ਤੋਂ ਅੱਗੇ ਚੱਲਦੇ ਹਾਂ। ਅੱਗੇ ਹੈ ਕਿਰਿਆ ਨੰਬਰ 9, ਮਿਲਾਨ ਕਰੋ। ਤਾਂ ਇੱਥੇ ਬੱਚਿਓ ਕੁਝ ਬੁਝਾਰਤਾਂ ਦਿੱਤੀਆਂ ਗਈਆਂ ਹਨ ਅਤੇ ਇਧਰਲੇ ਪਾਸੇ ਇਹਨਾਂ ਦਾ ਜਵਾਬ ਦਿੱਤਾ ਗਿਆ ਹੈ। ਅਸੀਂ ਇਹਨਾਂ ਬੁਝਾਰਤਾਂ ਨੂੰ ਪੜ੍ਹ ਕੇ ਸਮਝਾਂਗੇ ਅਤੇ ਇਹਨਾਂ ਦੇ ਸਹੀ ਜਵਾਬ ਦੇ ਨਾਲ ਮਿਲਾਨ ਕਰਾਂਗੇ। ਸਭ ਤੋਂ ਪਹਿਲੀ ਬੁਝਾਰਤ ਹੈ ਊੜਾ। ਕੇਸਰੀ ਲੱਗਣ ਫੁੱਲ ਉਸ ਨੂੰ, ਕਰੇ ਬਿਨ ਪੱਤਿਆਂ ਤੋਂ ਛਾਂ, ਬੁੱਝੋ ਖਾਂ ਭਲਾ ਬੱਚਿਓ ਕੀ ਇਸ ਰੁੱਖ ਦਾ ਨਾਂ। ਤਾਂ ਬੱਚਿਓ ਇਸ ਬੁਝਾਰਤ ਦੇ ਵਿੱਚ ਇੱਕ ਰੁੱਖ ਦੀ ਗੱਲ ਕੀਤੀ ਗਈ ਹੈ ਜਿਸ ਨੂੰ ਕਿ ਕੇਸਰੀ ਰੰਗ ਦੇ ਫੁੱਲ ਲੱਗਦੇ ਹਨ। ਇੱਥੇ ਇਹਨਾਂ ਦੇ ਵਿੱਚੋਂ ਇਸ ਰੁੱਖ ਦਾ ਨਾਮ ਹੈ ਕਰੀਰ। ਇਸ ਲਈ ਪਹਿਲੀ ਬੁਝਾਰਤ ਨੂੰ ਅਸੀਂ ਇਸ ਦੇ ਨਾਲ ਮਿਲਾਵਾਂਗੇ। ਇਸ ਤੋਂ ਅੱਗੇ ਦੂਸਰੀ ਬੁਝਾਰਤ ਹੈ ਐੜਾ। ਕਾਠ ਉੱਤੇ ਕਾਠ ਵਿੱਚ ਬੈਠਾ ਜਗਨਨਾਥ। ਤਾਂ ਬੱਚਿਓ ਇਸ ਬੁਝਾਰਤ ਦੇ ਵਿੱਚ ਬਦਾਮ ਦੀ ਗੱਲ ਕੀਤੀ ਗਈ ਹੈ ਕਿ ਬਦਾਮ ਦੀ ਗਿਰੀ ਉੱਪਰੋਂ ਤੇ ਹੇਠਾਂ ਦੋਵੇਂ ਪਾਸਿਓਂ ਕਾਠ ਦੇ ਨਾਲ ਢਕੀ ਹੁੰਦੀ ਹੈ। ਕਾਠ ਦਾ ਮਤਲਬ ਹੈ ਲੱਕੜ, ਯਾਨੀ ਕਿ ਬਦਾਮ ਦੀ ਗਿਰੀ ਉੱਪਰੋਂ ਤੇ ਹੇਠੋਂ ਦੋਵੇਂ ਪਾਸਿਓਂ ਲੱਕੜ ਵਰਗੀ ਛਿਲਕ ਦੇ ਨਾਲ ਢਕੀ ਹੁੰਦੀ ਹੈ। ਇਸ ਲਈ ਇਸ ਬੁਝਾਰਤ ਨੂੰ ਅਸੀਂ ਇਹਨਾਂ ਵਿੱਚੋਂ ਦਿੱਤੇ ਗਏ ਸ਼ਬਦ ਬਦਾਮ ਦੇ ਨਾਲ ਮਿਲਾਵਾਂਗੇ। ਇਸ ਤੋਂ ਅੱਗੇ ਹੈ ਈੜੀ ਬੁਝਾਰਤ। ਇੱਕ ਸੋਟੀ ਦੀ ਕਹਾਣੀ ਵਿੱਚ ਭਰਿਆ ਮਿੱਠਾ ਪਾਣੀ। ਤਾਂ ਇੱਥੇ ਬੱਚਿਓ ਇਸ ਬੁਝਾਰਤ ਦੇ ਵਿੱਚ ਗੰਨੇ ਦੀ ਗੱਲ ਕੀਤੀ ਗਈ ਹੈ ਕਿ ਗੰਨਾ ਇੱਕ ਸੋਟੀ ਦੀ ਤਰ੍ਹਾਂ ਦਿਖਾਈ ਦਿੰਦਾ ਹੈ ਅਤੇ ਇਸ ਦੇ ਵਿੱਚੋਂ ਨਿਕਲਣ ਵਾਲੇ ਰਸ ਨੂੰ ਇੱਥੇ ਮਿੱਠਾ ਪਾਣੀ ਕਿਹਾ ਗਿਆ ਹੈ। ਇਸ ਲਈ ਅਸੀਂ ਇਸ ਬੁਝਾਰਤ ਨੂੰ ਗੰਨੇ ਦੇ ਨਾਲ ਮਿਲਾਵਾਂਗੇ। ਅਖੀਰਲੀ ਬੁਝਾਰਤ ਹੈ ਸੱਸਾ। ਟਾਹਣੀਆਂ ਕੌੜੀਆਂ, ਫਲ ਮਿੱਠਾ, ਪੱਤੇ ਕੌੜੇ, ਗੁਣ ਮਿੱਠਾ। ਤਾਂ ਇਸ ਬੁਝਾਰਤ ਵਿੱਚ ਬੱਚਿਓ ਨਿੰਮ ਦੇ ਰੁੱਖ ਦੀ ਗੱਲ ਕੀਤੀ ਗਈ ਹੈ ਕਿ ਨਿੰਮ ਦੀਆਂ ਟਾਹਣੀਆਂ ਕੌੜੀਆਂ ਅਤੇ ਉਸ ਦਾ ਫਲ ਜਿਸ ਨੂੰ ਨਿਮੋਲੀਆਂ ਕਹਿੰਦੇ ਹਨ ਉਹ ਮਿੱਠੀਆਂ ਹੁੰਦੀਆਂ ਹਨ ਅਤੇ ਇਸ ਤੋਂ ਇਲਾਵਾ ਇਸ ਦੇ ਪੱਤੇ ਕੌੜੇ ਹੁੰਦੇ ਹਨ। ਇਸ ਤਰ੍ਹਾਂ ਇਸ ਰੁੱਖ ਦੇ ਜਿਹੜੇ ਗੁਣ ਹਨ ਉਹ ਬੜੇ ਚੰਗੇ ਹਨ। ਇਸ ਲਈ ਇਸ ਨੂੰ ਅਸੀਂ ਮਿਲਾਵਾਂਗੇ ਨਿੰਮ ਦੇ ਨਾਲ। ਇਸ ਤੋਂ ਅੱਗੇ ਹੈ ਕਿਰਿਆ ਨੰਬਰ 10, ਸਹੀ ਉੱਤਰ ਤੇ ਨਿਸ਼ਾਨ ਲਗਾਓ। ਤਾਂ ਬੱਚਿਓ ਇਸ ਕਿਰਿਆ ਦੇ ਵਿੱਚ ਸਾਨੂੰ ਕੁਝ ਪ੍ਰਸ਼ਨ ਦਿੱਤੇ ਹਨ ਅਤੇ ਹੇਠਾਂ ਇਹਨਾਂ ਦੇ ਉੱਤਰ ਦਿੱਤੇ ਹਨ। ਅਸੀਂ ਇਹਨਾਂ ਉੱਤਰਾਂ ਵਿੱਚੋਂ ਸਹੀ ਉੱਤਰ ਦੇ ਉੱਪਰ ਸਹੀ ਦਾ ਨਿਸ਼ਾਨ ਲਗਾਵਾਂਗੇ। ਸਭ ਤੋਂ ਪਹਿਲਾਂ ਹੈ ਊੜਾ ਪ੍ਰਸ਼ਨ। ਪੌਦੇ ਦਾ ਕਿਹੜਾ ਭਾਗ ਮਿੱਟੀ ਨੂੰ ਜਕੜ ਕੇ ਰੱਖਦਾ ਹੈ। ਤਾਂ ਇਹਨਾਂ ਦੇ ਵਿੱਚ ਉੱਤਰ ਹਨ ਬੱਚਿਓ ਪੱਤੇ, ਜੜ੍ਹਾਂ ਅਤੇ ਫੁੱਲ। ਇਹਨਾਂ ਦੇ ਵਿੱਚੋਂ ਸਹੀ ਉੱਤਰ ਹੈ ਜੜ੍ਹਾਂ। ਇੱਥੇ ਅਸੀਂ ਲਾਵਾਂਗੇ ਸਹੀ ਦਾ ਨਿਸ਼ਾਨ। ਇਸ ਤੋਂ ਅੱਗੇ ਹੈ ਬੱਚਿਓ ਐੜਾ ਪ੍ਰਸ਼ਨ। ਸਾਡੀਆਂ ਫਸਲਾਂ ਦੀ ਖੁਰਾਕ ਖਾ ਜਾਂਦੀ ਹੈ। ਗਾਜਰ ਘਾਹ, ਕਿੱਕਰ, ਨਿੰਮ। ਤਾਂ ਇਹਨਾਂ ਦੇ ਵਿੱਚੋਂ ਬੱਚਿਓ ਸਹੀ ਉੱਤਰ ਹੈ ਗਾਜਰ ਘਾਹ, ਜਿਹੜੀ ਕਿ ਸਾਡੀ ਫਸਲਾਂ ਦੀ ਖੁਰਾਕ ਖਾ ਜਾਂਦੀ ਹੈ। ਇਸ ਲਈ ਇੱਥੇ ਅਸੀਂ ਲਾਵਾਂਗੇ ਸਹੀ ਦਾ ਨਿਸ਼ਾਨ। ਇਸ ਤੋਂ ਅੱਗੇ ਚੱਲਦੇ ਹਾਂ। ਅੱਗੇ ਹੈ ਈੜੀ ਪ੍ਰਸ਼ਨ। ਭੌਂ ਖੋਰ ਤੋਂ ਭਾਵ ਹੈ ਹੜ੍ਹ ਆ ਜਾਣਾ, ਰੁੱਖਾਂ ਦਾ ਸੁੱਕ ਜਾਣਾ, ਮਿੱਟੀ ਦਾ ਖੁਰ ਜਾਣਾ। ਤਾਂ ਇਹਨਾਂ ਦੇ ਵਿੱਚੋਂ ਸਹੀ ਉੱਤਰ ਹੈ ਬੱਚਿਓ ਮਿੱਟੀ ਦਾ ਖੁਰ ਜਾਣਾ। ਇਸ ਲਈ ਇੱਥੇ ਅਸੀਂ ਲਾਵਾਂਗੇ ਸਹੀ ਦਾ ਨਿਸ਼ਾਨ। ਆਓ ਹੁਣ ਅੱਗੇ ਚੱਲਦੇ ਹਾਂ। ਅੱਗੇ ਹੈ ਬੱਚਿਓ ਕਿਰਿਆ ਨੰਬਰ 11, ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ। ਤਾਂ ਇੱਥੇ ਬੱਚਿਓ ਜਿਹੜੇ ਸਾਨੂੰ ਵਾਕ ਦਿੱਤੇ ਹਨ ਇਹਨਾਂ ਦੇ ਵਿੱਚੋਂ ਸਹੀ ਵਾਕ ਦੇ ਪਿੱਛੇ ਅਸੀਂ ਸਹੀ ਦਾ ਨਿਸ਼ਾਨ ਲਗਾਵਾਂਗੇ ਅਤੇ ਗਲਤ ਵਾਕ ਦੇ ਪਿੱਛੇ ਅਸੀਂ ਗਲਤ ਦਾ ਨਿਸ਼ਾਨ ਲਗਾਵਾਂਗੇ। ਸਭ ਤੋਂ ਪਹਿਲਾਂ ਹੈ ਊੜਾ। ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਤਾਂ ਇਹ ਬਿਲਕੁਲ ਸਹੀ ਗੱਲ ਹੈ ਬੱਚਿਓ। ਸਾਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਨ ਨੂੰ ਹਰਾ ਭਰਾ ਬਣਾਉਣਾ ਚਾਹੀਦਾ ਹੈ। ਇਸ ਲਈ ਇੱਥੇ ਅਸੀਂ ਲਾਵਾਂਗੇ ਸਹੀ ਦਾ ਨਿਸ਼ਾਨ। ਇਸ ਤੋਂ ਅੱਗੇ ਹੈ ਐੜਾ ਵਾਕ। ਪੌਦਿਆਂ ਨੂੰ ਦੇਖਭਾਲ ਦੀ ਲੋੜ ਨਹੀਂ ਹੁੰਦੀ।
ਤਾਂ ਇਹ ਬੱਚੋ ਗਲਤ ਗੱਲ ਹੈ। ਪੌਦਿਆਂ ਨੂੰ ਦੇਖਭਾਲ ਦੀ ਲੋੜ ਹੁੰਦੀ ਹੈ। ਉਹਨਾਂ ਨੂੰ ਪਾਣੀ ਦੇਣਾ ਅਤੇ ਸਮੇਂ-ਸਮੇਂ ਤੇ ਉਹਨਾਂ ਦੀ ਗੋਡੀ ਕਰਨੀ ਅਤੇ ਜਾਨਵਰਾਂ ਤੋਂ ਬਚਾਅ ਲਈ ਉਹਨਾਂ ਦੇ ਆਸੇ-ਪਾਸੇ ਵਾੜ ਕਰਨ ਦੀ ਲੋੜ ਹੁੰਦੀ ਹੈ। ਇਸ ਲਈ ਪੌਦਿਆਂ ਨੂੰ ਦੇਖਭਾਲ ਦੀ ਬੜੀ ਲੋੜ ਹੁੰਦੀ ਹੈ। ਇੱਥੇ ਅਸੀਂ ਲਾਵਾਂਗੇ ਗਲਤ ਦਾ ਨਿਸ਼ਾਨ। ਇਸ ਤੋਂ ਅਗਲਾ ਵਾਕ ਹੈ ਈੜੀ। ਜ਼ਹਿਰੀਲੀਆਂ ਦਵਾਈਆਂ ਧਰਤੀ, ਹਵਾ ਅਤੇ ਪਾਣੀ ਨੂੰ ਜ਼ਹਿਰੀਲਾ ਬਣਾ ਰਹੀਆਂ ਹਨ। ਤਾਂ ਇਹ ਬੱਚੋ ਬਿਲਕੁਲ ਸਹੀ ਗੱਲ ਹੈ। ਜ਼ਹਿਰੀਲੀਆਂ ਦਵਾਈਆਂ ਦੇ ਨਾਲ ਸਾਡੀ ਧਰਤੀ, ਹਵਾ ਅਤੇ ਪਾਣੀ ਜ਼ਹਿਰੀਲਾ ਹੋ ਰਿਹਾ ਹੈ। ਇਸ ਲਈ ਇੱਥੇ ਅਸੀਂ ਲਾਵਾਂਗੇ ਸਹੀ ਦਾ ਨਿਸ਼ਾਨ। ਤਾਂ ਇਸ ਦੇ ਨਾਲ ਹੀ ਬੱਚਿਓ ਇਸ ਪਾਠ ਦੀ ਅਭਿਆਸ ਖਤਮ ਹੁੰਦੀ ਹੈ। ਉਮੀਦ ਹੈ ਤੁਹਾਨੂੰ ਇਸ ਅਭਿਆਸ ਦੇ ਵਿੱਚ ਆਈਆਂ ਹੋਈਆਂ ਕਿਰਿਆਵਾਂ ਸਮਝ ਆ ਗਈਆਂ ਹੋਣਗੀਆਂ। ਤੁਸੀਂ ਇਸ ਨੂੰ ਆਪਣੀ ਕਿਤਾਬ ਦੇ ਵਿੱਚ ਦਿੱਤੀ ਹੋਈ ਜਗ੍ਹਾ ਤੇ ਕਰਦੇ ਹੋਏ ਇਹਨਾਂ ਦਾ ਅਭਿਆਸ ਕਰੋ। ਧੰਨਵਾਦ ਬੱਚਿਓ।